शुरू खातमुन नबीयीन सल्लल्लाहु अलैहि वसल्लम के खालिक और मालिक का बाबरकत नाम या अल्लाह के साथ जो रहमान भी है और रहीम भी। अस्सलाम वालेकुम नाज़रीन, मुझे मियां इमरान अरशद कहते हैं और आप देख रहे हैं प्रोग्राम पाकिस्तान पूछता है। मुझे मालूम नहीं कि मुझे आज के वाक़े को जो आपके सामने रखने जा रहा हूँ इसको जहालत का शाखसाना कहना है या फिर बदले की आग इसको तस्वुर किया जाए। सगा बाप 5 साल के बच्चे को, जो उसका अपना जाती बच्चा है, यतीम है, मां मर गई हुई है, दूसरी बीवी संभालती है, रब दे कामवे को जो औरत सौतेली मां है वो सगी मां से ज्यादा प्यार करती है, लेकिन जो सगा बाप है वो उसी 5 साल के बच्चे को कत्ल करता है अपने सगे भाई के साथ मिलकर, उसके खून को बहा देता है। क्यों? क्योंकि उसको एक पार्टनर से, जो कबाड़ के कारोबार में उसका पार्टनर रह चुका है, उससे बदला लेना है। बदला किस बात का लेना है? क्योंकि उसके पार्टनर ने कुछ अरसा पहले उस पर अपनी बीवी के साथ नाजायज ताल्लुकात का मुबैना इल्जाम लगाया। उस मुबैना इल्जाम के नतीजे में उसे एक तहरीर लिखवा ली कि हाँ, मैंने बदबख्ती की है और मैं फलां रात इसकी अलिया के साथ था और अब मुझे माफ कर दिया जाए। माफी के साथ साथ जो मैंने 16 लाख 15 लाख लेना है मैंने वो भी छोड़ा। अब झूठा सच्चा इल्जाम, वल्लाहु आलम वो सच्चा था या झूठा था, लेकिन उस इल्जाम ने इस शख्स को इस पॉइंट पर पहुंचा दिया कि अब चाहे कुछ हो, कुछ ना बचे, मैं अपने बच्चे को ही जान लूंगा मुबैना तौर पर, और उस जान लेने के नतीजे में इसकी जान का मुकदमा अपने उस पार्टनर पर करवाऊंगा और फिर उसके बाद उसकी जान फंसाऊंगा। लेकिन अल्लाह का काम ऐसा हुआ कि सगा बाप अपने भाई के साथ मिलकर बच्चे को शार्प वेपन से और उसके बाद खुद पुलिस के हत्थे चढ़ गए। अस्सलाम वालेकुम बाजी। वालेकुम सलाम। बाजी की ना है? शमीम। ए मकतूल अजान ਜਿਹੜਾ 5 ਸਾਲ ਦਾ ਬੱਚਾ ਮਰ ਗਿਆ ਹੈਗਾ ਹਾਂਜੀ। ਤੇ ਏਡੀ ਤਕਲੀਫ ਨਾਲ ਉਹਨੂੰ ਮਾਰਿਆ ਗਿਆ, ਉਹਦੇ ਕੀ ਲੱਗਦੇ ਨੇ? ਉਹਦੀ ਚਾਚੀ। ਚਾਚੀ? ਹਾਂਜੀ। ਨਿੱਕੀ ਵੱਡੀ ਕੀ ਮਤਲਬ ਕਿ ਜਿਹੜਾ ਬੱਚਾ ਫੌਤ ਹੋਇਆ ਉਹਦੇ ਅੱਬੂ ਤੋਂ ਛੋਟਾ ਭਾਈ ਹੈ, ਉਹਦੀ ਔਰਤ ਆ ਮੈਂ। ਕਿੰਨੇ ਭਰਾ ਨੇ ਛੋਟੇ? 6 ਭਰਾ। ਸਾਰੇ 6। ਤੁਸੀਂ ਕਿੰਦੀ ਬੀਵੀ ਹੋ? ਮੈਂ ਰਮਜ਼ਾਨ ਦੀ ਬੀਵੀ ਹਾਂ। ਰਮਜ਼ਾਨ ਇੱਥੇ ਹੀ ਰਹਿੰਦਾ ਹੈ? ਹਾਂਜੀ। ਤੁਸੀਂ ਵੀ ਇੱਥੇ ਰਹਿੰਦੇ ਹੋ? ਹਾਂਜੀ। ਯਾਨੀ ਅਜ਼ਾਨ ਤੁਹਾਡੇ ਨਾਲ ਹੀ ਰਹਿੰਦਾ ਸੀ? ਹਾਂਜੀ, ਸਾਡੇ ਨਾਲ ਰਹਿੰਦੇ ਸੀ। ਇਹ ਅਜ਼ਾਨ ਆਪਦੇ ਪਿਓ ਦੀ ਕਿੰਨਵੀਂ ਔਲਾਦ ਹੈ? ਇਹ ਐਂਡ ਦਾ ਸਮਝ ਕਰੋ, ਐਂਡ ਦਾ ਸਭ ਤੋਂ ਛੋਟਾ ਬੱਚਾ ਸੀ। ਸਭ ਤੋਂ ਛੋਟਾ ਬੱਚਾ? ਪਹਿਲੀ ਬੀਵੀ ਚੋਂ ਸੀ? ਦੂਜੀ ਚੋਂ ਸੀ? ਤੀਜੀ ਚੋਂ ਸੀ? ਦੂਸਰੀ ਤੋਂ। ਹਾਂਜੀ। ਪਹਿਲੀ ਬੀਵੀ ਦੀ ਔਲਾਦ ਦੇ ਨਾਂ ਕੀ ਨੇ? ਪਹਿਲੀ ਬੀਵੀ ਦੇ 2 ਬੱਚੇ ਨੇ, ਇੱਕ ਦਾ ਨਾਂ ਜ਼ੈਨਬ ਹੈ, ਇੱਕ ਦਾ ਨਾਂ ਫਜ਼ਾਨ ਹੈ। ਦੂਜੀ ਬੀਵੀ ਇੱਥੇ ਹੀ ਮੌਜੂਦ ਹੁੰਦੀ ਸੀ ਕਿ? ਨਹੀਂ ਜੀ, ਉਹ 3-4 ਸਾਲ ਹੋ ਗਏ ਨੇ, ਇੰਨੇ ਕੀ ਹੋ ਗਏ ਨੇ, ਉਹ ਫੌਤ ਹੋ ਗਈ ਹੈ। ਫੌਤ ਜਿਹੜੀ ਹੋ ਗਈ ਹੈ ਇਹ ਉਹਦਾ ਬੱਚਾ ਹੈ? ਹਾਂਜੀ। ਯਾਨੀ ਯਤੀਮ ਹੈ ਮੰਨ ਲਓ। ਹਾਂਜੀ। ਪਿਓ ਦੇ ਕੋਲ ਰਹਿੰਦਾ ਹੈਗਾ ਸੀ? ਹਾਂਜੀ। ਦੂਜੀ ਮਾਂ ਸਾਂਭਦੀ ਸੀ? ਹਾਂਜੀ। ਐਵੇਂ ਹੀ ਹੈ? ਬਿਲਕੁਲ। ਅੱਛਾ, ਯਾਨੀ ਤੁਹਾਡੇ ਘਰ ਦਾ ਇੱਕ ਅਹਿਮ ਬੱਚਾ ਹੈਗਾ ਸੀ? ਹਾਂਜੀ। ਤੇ ਕਿੰਨੇ ਵਿਆਹ ਹੈਗੇ ਨੇ ਅਜ਼ਾਨ ਦੇ ਪਿਓ ਦੇ? 2 ਹੀ ਨੇ ਬੇਟਾ। 2? ਹਾਂਜੀ। ਤੀਜਾ ਵਿਆਹ ਵੀ ਹੋਇਆ? ਨਹੀਂ। ਕੋਈ ਨਹੀਂ ਹੋਇਆ? ਕੋਈ ਤੀਜੇ ਵਿਆਹ ਦੀ ਕੋਈ ਸੁਣਗੁਣ ਹੈ ਸੱਜੇ ਖੱਬੇ ਕੋਈ ਮਹੱਲੇ 'ਚ? ਨਹੀਂ। ਕੋਈ ਇਤਲਾਹ ਐਸੀ? ਕੋਈ ਨਹੀਂ। ਕੋਈ ਰਾਬਤਾ, ਕੋਈ ਸਲਾਮ ਦੁਆ? ਕੋਈ ਬੇਟਾ ਨਹੀਂ ਹੈ ਸਾਡੇ ਸੇ। ਅੱਖੀ ਸਾਹਮਣੇ, ਬਲਾਦਰੀ ਦੀ ਅੱਖੀ ਸਾਹਮਣੇ ਸਭ ਹੈ, 2 ਹੀ ਸੀ। ਅੱਛਾ, ਇਹ ਬੱਚਾ ਕਿਵੇਂ ਖੜੀ ਜਾ? ਇਹ ਬੱਚਾ ਥੱਲੇ ਚੀਜ਼ ਲੈਣ ਗਿਆ ਹੈ। ਕਦੋਂ? ਪੀਰ ਵਾਲੇ ਦਿਨ। ਪੀਰ ਵਾਲੇ ਦਿਨ? ਹਾਂਜੀ। ਮੰਮਾ ਨਲਾਣ ਲੱਗੀ ਹੈ ਬੱਚਿਆਂ ਨੂੰ। ਹਾਂ। ਉਹਨੇ ਕੱਪੜੇ ਕੱਢੇ ਨੇ, ਬੱਚੇ ਨੂੰ, ਵੱਡੇ ਨੂੰ ਕਹਿੰਦੀ ਹੈ ਆ ਤੈਨੂੰ ਜਿਹੜੀ ਮੁਦਈ ਮੁਕਦਮਾ ਹੈ, ਜਿੰਦੇ ਨਾਂ ਨਾਲ ਮੁਕਦਮਾ ਦਰਜ ਹੋਇਆ ਉਹ ਨਵਾਣ ਲੱਗੀ? ਹਾਂਜੀ ਮੰਮਾ। ਠੀਕ ਹੈ। ਵੈਸੇ ਸੌਤੇਲੀ ਮਾਂ ਕਰਕੇ ਕਹਿਣਾ ਬੇਟਾ, ਮਾਂ ਉਹ ਸੌਤੇਲੀ ਨਹੀਂ ਹੈ। ਢਿੱਡੋਂ ਜੰਮਿਆ ਸੋ? ਨਹੀਂ ਬੇਟਾ, ਮੇਰੀ ਗੱਲ ਸੁਣੋ ਕਿ ਇਸ ਤਰ੍ਹਾਂ ਦਾ ਮਤਲਬ ਹੈ ਕਿ ਪਰਵਰਿਸ਼ ਆਪਣੀ, ਮਤਲਬ ਉਹ ਤੇ ਹੈ ਨਾ ਕਿ ਕਿਸ ਮੁਹੱਬਤ ਨਾਲ ਅਸੀਂ ਪਾਲਿਆ ਹੈਗਾ, ਉਹ ਅਲੱਗ ਦਾ ਗੱਲ ਹੈਗੀ ਹੈ। ਤੇ ਨਾ ਤਾਂ ਫਿਰ ਸੌਤੇਲੀ ਮਾਂ ਦਾ ਹੀ ਹੈ। ਠੀਕ। ਇੱਕ ਮਿੰਟ ਬੇਟਾ, ਮੈਂ ਤੁਹਾਡੇ ਲਈ ਆਣਾ। ਅੱਛਾ ਜੀ। ਉਹ ਨਲਾਣ ਲੱਗੀ ਹੈ ਵੱਡੇ ਨੂੰ, ਉਹਨੇ ਨਲਾਇਆ, ਨਲਾ ਕੇ ਉਹਨੇ ਕਿਹਾ ਛੋਟੇ ਭਾਈ ਨੂੰ ਬੁਲਾ ਕੇ ਮੈਂ ਉਹਨੂੰ ਵੀ ਨਲਾਵਾਂ। ਉਹਨੇ ਤੇ ਪਤਾ ਕੀਤਾ ਹੈ ਤੇ ਪਤਾ ਲੱਗਿਆ ਕਿ ਉਹ ਚੀਜ਼ ਲੈਣ ਗਿਆ ਹੈ। ਬੱਚਿਆਂ ਕੋਲੋਂ ਬੱਚੇ ਪੁੱਛਿਆ ਹੋਣਾ, ਚੀਜ਼ ਲੈਣ ਗਿਆ ਹੈ। ਫਿਰ ਥੱਲੇ ਗਿਆ ਹੈ ਬੱਚਾ ਉਹਨੂੰ ਪੁੱਛਣ, ਪਤਾ ਕਰਨ। ਫਿਰ ਥੱਲੋਂ ਨਹੀਂ ਮਿਲਿਆ, ਉੱਤੇ ਆ ਗਿਆ, ਕਹਿੰਦਾ ਮੰਮਾ ਬੱਚਾ ਅਜ਼ਾਨ ਚੀਜ਼ ਲੈਣ ਗਿਆ ਹੈ। ਤੇ ਪੀਰ ਦੇਣ ਦਾ? ਪੀਰ, ਹਾਂਜੀ। ਉਸ ਦਿਨ ਬੱਤੀ ਵੀ ਨਹੀਂ ਸੀ। ਤੇ ਕਹਿੰਦਾ ਮੰਮਾ ਅਜ਼ਾਨ ਥੱਲੇ ਚੀਜ਼ ਲੈਣ ਗਿਆ ਹੈ। ਤੇ ਮੈਂ ਗਿਆ ਦੁਕਾਨ ਤੇ ਨਹੀਂ ਹੈਗਾ।
ਉੱਥੋਂ ਫਿਰ ਅਸੀਂ ਉੱਠ ਗਏ ਹਾਂ ਸਾਰੇ, ਅਸੀਂ ਬੱਚੇ ਨੂੰ ਬੱਚਾ ਪੜਤਾਲ ਖੜੀ ਕੀਤੀ ਹੈ। ਗਿਆ। ਹਾਂਜੀ ਤੁਸੀਂ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਕਿੰਨੀ ਦੇਰ ਬਾਅਦ? ਅਸੀਂ ਬੇਟਾ ਇਹ ਜਦੋਂ ਬੱਚਾ ਗਵੀਚਿਆ ਹੈ ਉਦੋਂ ਪੂਰਾ ਬਲਾਲ ਟਾਊਨ ਅਸੀਂ ਆਪਣਾ ਜਿੱਥੇ ਰਹਿਸ਼ੀ ਸੀ, ਇਹ ਵਾਲਾ ਹਾਂਜੀ ਪੂਰਾ ਬਲਾਲ ਟਾਊਨ, ਬੱਚੇ ਵੱਡੇ ਛੋਟੇ ਔਰਤਾਂ ਮਰਦਾਂ ਅਸੀਂ ਸਾਰਿਆਂ ਲੱਭਿਆ। ਸਾਨੂੰ ਨਹੀਂ ਮਿਲਿਆ, ਸਾਨੂੰ ਭੱਜ ਦੌੜ ਕਰਦੇ ਹਾਂ, ਸਾਨੂੰ ਸ਼ਾਮ ਗਰੂਬ ਹੋ ਗਈ ਹੈ। ਫਿਰ ਅਸੀਂ 2 ਐਲਾਨ ਵੀ ਕਰਵਾਏ ਨੇ, ਇੱਕ ਇਧਰਲੀ ਮਸੀਤ 'ਚ ਇੱਕ ਇਧਰਲੀ 'ਚ। ਐਲਾਨਾਂ ਤੋਂ ਬਾਅਦ ਬੱਚਾ ਗੁੰਮ ਹੋਇਆ ਪਿਓ ਵੀ ਘਰ ਸੀ। ਘਰ ਸੀ? ਹਾਂਜੀ। ਕੀ ਕਰ ਰਿਹਾ ਸੀ? ਮਤਲਬ ਕਰਨ ਦਾ ਇਹ ਸੀ ਨਾ ਕਿ ਉਧਰ ਬੈਠੇ ਹੋਏ ਸਨ ਇਹਨਾਂ ਦੇ ਘਰ ਭਾਈ ਇੱਕ ਹੈਗਾ ਜਿਹਨਾਂ ਦੇ ਘਰ ਨਹੀਂ ਸੀ, ਘਰ ਸਨ, ਐਸ ਘਰ ਨਹੀਂ ਸੀ, ਉਧਰ ਬੈਠੇ ਸਨ। ਜਦੋਂ ਬੱਚਾ ਕਵੀਚਿਆ ਹੈ ਨਾ, ਕਿੱਧਰ ਬੈਠੇ ਉਦੋਂ ਉਹਦਾ ਭਾਈ ਇੱਕ ਹੈਗਾ ਉਹਨਾਂ ਦੇ ਘਰ ਗਏ ਸੀ। ਕਿਹੜੇ ਭਾਈ ਦੇ ਘਰ ਗਏ ਸੀ? ਛੋਟਾ ਉਹਦਾ ਨਾਂ ਆਸਫ ਹੈ। ਆਸਫ ਸਕਾ ਭਰਾ ਸੂ? ਹਾਂਜੀ ਸਕੇ ਭਾਈ ਨੇ 6 ਯਾਨੀ ਸਕੇ ਭਰਾ ਲੈ ਗਿਆ ਆਇਆ ਸੀ? ਹਾਂਜੀ ਉਧਰ ਗਿਆ। ਜਦੋਂ ਅਸੀਂ ਲੱਭ ਕੇ ਉਧਰ ਗਏ ਆ ਨਾ ਤੇ ਉਹਨੂੰ ਵੀ ਦੱਸਿਆ। ਉਹਦਾ ਨਾਂ ਕੀ ਹੈ? ਆਜ਼ਮ। ਆਜ਼ਮ ਜਿਹਨੂੰ ਪੁਲਿਸ ਫੜ ਕੇ ਲੈ ਗਈ ਹੈ ਆਪਣੇ ਪੁੱਤਰ ਦੇ ਕਤਲ ਵਿੱਚ। ਆਜ਼ਮ ਜਿਸ ਟਾਈਮ ਬੱਚਾ ਖੜੀਜਾ ਹੈ ਉਦੋਂ ਘਰ ਨਹੀਂ ਸੀ, ਭਾਈ ਦੇ ਘਰ ਬੈਠੇ ਸੀ। ਮੇਰੀ ਗੱਲ ਸੁਣੋ, ਉਹ ਵੀ ਇੱਥੇ ਬਲਾਲ ਟਾਊਨ ਦੇ ਵਿੱਚ ਹੀ ਉਹਨੂੰ ਫੜ ਲਿਆ ਪੁਲਿਸ ਨੇ? ਨਾ ਕਿੰਨੂੰ? ਆਜ਼ਮ ਨੂੰ। ਅਸੀਂ ਜਦੋਂ ਲੱਭਦੇ ਉਧਰ ਗਏ ਆ ਨਾ ਉਸ ਵਾਲੀ ਸਾਈਡ ਪੇ, ਤੇ ਅਸੀਂ ਉਹਨੂੰ ਵੀ ਦੱਸਿਆ ਹੈ। ਉਹਨੂੰ भी दसिया है। उस फिर सारे रल के निकले हैं। साढ़े इतने 3-4 घर। अस्सलाम वालेकुम बेटे, आप किसकी बीवी हैं? मोहम्मद नदीम। नदीम, इसी घर में रहती हैं आप भी? नहीं, मेरा बैक साइड पे घर है। आप भी मकतूल अजान की चाची हैं? जी, सबसे छोटी। अजान से घर में कितना प्यार किया जाता था? बहुत ज़्यादा करते थे, सभी करते थे। उसका अब्बू तो उससे बहुत ही प्यार करता था, उसके बगैर 1 मिनट नहीं उसके बगैर रहता था। पुलिस कहती है आपका पुत्र कत्ल किया? नहीं, ये सब झूठ है। पुलिस कहती है, इतला आ रही है कि वो अपने कोई मजमूम मकासद हासिल करने के लिए उसने अपने बच्चे को कत्ल किया है। इनके पास कोई प्रूफ है नहीं है। अच्छा, ये सब झूठ है। ऐसे ही ले गए? मारा है उन्होंने। किन्होंने? पुलिस वालों ने। झूठा पुलिस इल्जाम वालों ने लगाया बच्चा है। मारा? नहीं, पुलिस वालों ने जो पकड़ के लेके गए ना मेरा मियाँ और मेरा बड़ा जेठ को, वो उनको मारा। बच्चे के बाप को और आपके खामंद को? जी, उनको मारा उन्होंने। मारा है, उनसे धमकी उनको लगाई है, पता नहीं आपके क्या खामंद का नाम क्या है? मोहम्मद नदीम। आपकी नदीम से मुलाकात हुई है? नहीं, फिलहाल नहीं हुई। तो आपको किसने बताया कि मारा है और धमकी दी है? ये जो जिनको साथ पकड़ के लेके गए थे ना, किस को? वो मेरा जेठ का बेटा है एक। क्या नाम है? वो उसका नाम मोहम्मद ताहिर है। मोहम्मद ताहिर अजान का भाई है सुतेला? नहीं, वो भाई नहीं है। अच्छा जी। वो तो मेरे सबसे बड़े जेठ का बेटा है। अच्छा, बड़े वाले का? जी, सबसे बड़ा है। उसकी उम्र क्या है? उसकी उम्र ये 15-16। वो कहती है पुलिस ने मारा है और पुलिस ने कहा है कि मानो कि तुमने अपना बेटा कत्ल किया। जी, वो उन्होंने डर के मारे मान दिया है, लेकिन ये सब झूठ है। वो उन्होंने इनके पास कोई प्रूफ ही नहीं है। किस किस्म का प्रूफ चाहिए होता है एक माँ को अपने बच्चे के मरने की इत्तला मिलने का कि उसके बच्चे को उसके बाप ने मारा है? वो कैसा प्रूफ हो तो यकीन आता है? उसको खुद की होश ही नहीं है। आप इस बात से देखें, अगर उन्होंने आपका खामंद भी पुलिस ने इसी में पकड़ा हुआ है ना? जी। जो सवाल मैं कर रहा हूँ मुझे उसके जवाब दें बराए करम, कि पुलिस को कैसा प्रूफ आपको देना पड़ेगा जिससे आपको ये पता चले इकबाल जुर्म के अलावा? इकबाल जुर्म तो कर चुके ना आपका खामंद और आपका जेठ जो है कि उन्होंने बच्चे को मारा है। कुछ कैसा प्रूफ आपको चाहिए? कुछ वो प्रूफ हम करते होता हैं है पुलिस को तरला। मत के ये जो उन्होंने किया है, तो कुछ प्रूफ देना कि ये प्रूफ है, हमने देखा है, ये हाथों के निशान है, इन बच्चे पे डेड बॉडी पे निशान तो होते हैं ना। अगर इन्होंने कुछ ऐसा कत्ल किया है तो प्रूफ होता है। डेड बॉडी पे निशान होते हैं। वाकयाती शवाहिद आपको चाहिए? जी। अच्छा, इसलिए उनको मारेंगे धमकाएंगे तो वो तो मान जाएंगे। अच्छा, मुझे एक चीज बताएं कि जब आपका बच्चा उसकी बॉडी मिली थी अजान की, जी, तो आप लोगों से राब्ता किया जाता रहा पुलिस की जानिब से, आपके घर से कोई बंदा क्यों नहीं जा रहा था? मैं पास नहीं थी। अपने खामंद के पास थी आप? मैं अपने खामद के पास थी। आपके जो खामंद को मेरा इत्तला मिली थी कि एक बॉडी मिली है बच्चे के वाले से? नहीं, हमें नहीं मिली। दादी का है जिसने जूता पहचाना था? वो दादी फिलहाल काम पे गई हुई है। वो ना उसको ये फोन आया है। किधर? वो शादी हाल काम पे गई हुई है। क्या उम्र है दादी की? दादी की उम्र तो काफी है, मुझे अंदाजा नहीं। क्या उम्र है? वडेरी माई काम ते जान? हाँ जी। ऐस उम्र जी, वो की काम कर दी है? किसी के घर का करती है। 70 75 80 साल दी है? कितने साल दी बजी? बेटा 50 साल। 50 साल दी। थोड़ी उम्र की है? मेरे 40 ਦਾ ਤੇ ਮੈਂ ਹੋ ਗਿਆ। ਮੇਰੀ ਵੀ 40 40 ਦਾ ਮੇਰੀ ਗੱਲ ਕਰਨ ਵਾਲੀ ਕਰੀਏ ਨਾ, ਆਪਾਂ 40 ਦਾ ਤੇ ਮੈਂ ਹੈਗਾ ਤੇ ਮੇਰੇ ਤੋਂ 20 ਸਾਲ ਵੱਡੀ ਦਾਦੀ ਹੈ। ਚਲੋ ਜੀ, ਪਤਾ ਨਹੀਂ ਹੁਣ ਕਰਨ ਵਾਲੀ ਗੱਲ ਕਰੋ ਨਾ, ਹਵਾਈ ਟੀਟਨੇ ਨਾ ਮਾਰੀਏ ਆਪਾਂ। ਚਲੋ ਜੋ ਤੁਹਾਡਾ ਆਈਡੀਆ ਲੱਗਦਾ, ਜਦੋਂ ਵੇਖੋਗੇ ਉਹਦੀ ਉਮਰ ਦਾ ਅੰਦਾਜ਼ਾ ਲਾ ਲਿਆ ਜੇ ਕੰਮ ਤੇ ਗਏ। ਦਾਦੀ ਕਿੱਥੇ ਜਿਹਨੇ ਜੁੱਤੀ ਸਿਆਣੀ ਸੀ?
ਬੇਟਾ ਉਹ ਕੰਮ ਤੇ ਗਏ ਕੀ ਹੋਏ ਕੰਮ ਨੇ ਕਰਦੀ ਹੈ? ਘਰ 'ਚ ਬਹੁਤ ਪੁਰਾਣਾ ਘਰ ਨੇ ਸਾਡੇ, ਅੱਜ ਤੋਂ ਪਹਿਲੇ 20-25 ਸਾਲ ਪੁਰਾਣੇ ਕੰਮ ਨੇ। ਅੱਜ ਹੀ ਗਈ ਹੋ ਉਧਰ? ਨਹੀਂ ਵੀ ਪੁਰਾਣੇ ਕੰਮ ਨੇ ਸਾਡੇ। ਬਾਜੀ ਮੇਰੀ ਗੱਲ ਤੇ ਸੁਣੋ ਕੰਮ ਨਾ, ਅੱਜ ਕਰਦੀ ਗਈ ਪਈ ਉਧਰ? ਕੰਮ ਕਰਦੀ ਪਈ ਹੈ, ਵਿੱਚੋਂ ਸਾਡੀਆਂ ਛੁੱਟੀਆਂ ਹੋ ਗਈਆਂ ਸਾਡੇ ਨਾਲ ਹੈ ਜਦੋਂ ਮੌਕਾ ਬਣਿਆ, ਉਸ ਤੋਂ ਬਾਅਦ ਅੱਜ ਉਧਰ ਤੇ ਟੁਰ ਉਹਦੇ ਹਾਂ ਜੀ ਗਈ ਹੈ ਕੰਮ ਤੇ, ਉਹਨਾਂ ਨੇ ਬੁਲਾਇਆ ਵੀ ਰਾਸ਼ਨ ਵੀ ਹੈ ਕਿ ਉਹ ਲੈ ਜਾਓ ਤੇ ਕੋਈ ਕੰਮ ਸ਼ਮ ਕਰ। ਰਾਸ਼ਨ ਲੈ ਜਾਓ, ਇਹ ਗੱਲ ਸਿੱਧੀ ਕਰੋ ਨਾ ਬਾਜੀ। ਦੇਖੋ ਮੇਰੀ ਗੱਲ ਸੁਣੋ, ਇਹ ਰਮਜ਼ਾਨ ਹੈ, ਰਾਸ਼ਨ ਲੈਣਾ ਤੇ ਹਰ ਘਰ ਦੀ ਜ਼ਰੂਰਤ ਹੈਗੀ, ਗਰੀਬ ਘਰ ਦੀ, ਤੇ ਕੋਈ ਬੁਰੀ ਗੱਲ ਨਹੀਂ ਹੈਗੀ। ਇਹ ਦੱਸੋ ਕਿ ਰਾਸ਼ਨ ਲੈਣ ਗਈ, ਹੁਣ ਮੈਨੂੰ ਗੱਲ ਥੋੜੀ ਸਮਝ ਆ ਗਈ। ਅਗਰ ਤੁਸੀਂ ਕਹੋ ਕਿ 70-80 ਸਾਲ ਦੀ ਮਾਈ ਕੰਮ ਕਰਨ ਗਈ ਹੋਈ, ਤੇ ਮੈਂ ਤੁਹਾਨੂੰ ਪੁੱਛਾਂਗਾ ਕਿ ਤੁਸੀਂ ਘਰ ਕੀ ਕਰ ਰਹੀਆਂ ਜੇ? ਸਹੀ, ਤੁਹਾਡੇ ਬੰਦੇ ਘਰ ਕੀ ਕਰ ਰਹੇ ਨੇ? ਜੇ ਦਾਦੀ ਕੰਮ ਕਰ ਰਹੀ ਹੈ ਤਾਂ ਫਿਰ ਤਾਂ ਮੈਂ ਸਵਾਲ ਇਹ ਕਰਾਂਗਾ ਨਾ, ਫਿਰ ਮੈਂ ਗਲਤ ਤਾਂ ਨਹੀਂ ਹੋਵਾਂਗਾ ਨਾ। ਚਲੋ ਫਰਜ਼ ਕਰੋ ਤੁਸੀਂ 85 ਸਾਲ ਦੇ, ਨਹੀਂ ਮੇਰੇ ਜ਼ਹਿਨ ਨੂੰ ਅੱਗ ਲਾ ਦਿਓ, ਨਹੀਂ ਤੁਹਾਡੀ 85 ਸਾਲ ਉਮਰ ਹੋ ਜਾਏ ਤੇ ਤੁਹਾਡਾ ਪੋਤਰਾ ਜਿਹੜਾ ਘਰ ਤੇ ਬੈਠਾ ਹੋਵੇ ਤੇ ਤੁਸੀਂ ਕੰਮ ਤੇ ਗਏ ਹੋ, तो फिर तो बेटा ਤੁਸੀਂ ਆਏ थे ਹੁਣ ਇਸ टाइम ਤੇ ਕੋਈ ਬੰਦਾ ਸਾਡਾ ਘਰ है। अच्छा, अब आप ये कहती हैं कि आपका बच्चा कत्ल हुआ है जी, और कातिल को ढूंढने की जरूरत है बजाय आपके खामद को और आपके जेठ को उठाने के। हाँ जी। कातिल कौन है, को किसके साथ ढूंढो। दुश्मनी है? किसी के साथ हमारी किसी के साथ दुश्मनी नहीं है। आपको पता है बच्चा किस साल में मिला है? नहीं, मैंने तो तब देखा जब ये घर पे लेके आए और वो भी उसको टांके लगे हुए थे, तब देखा है मैंने, या ये पिक्चर पे देखा है, वो भी वो पुलिस वाले ने आपको दिखाई पता है थी। किस साल में मिला? पूरे मोहल्ले को पता है किस साल में मिला? ये तो वो डॉक्टरों ने पोस्टमार्टम किया था उसका। नहीं, मैं तो ये कह ही नहीं रहा, बच्चे का जिस्म के आज़ाद तक गायब था। हाँ जी, वो तो वो फिर मुझे पता है, मैं ऑलरेडी मौजूद थी वहाँ पे जब बच्चा यहाँ पे आया है, मैं मौजूद थी यहाँ पे। फैमिली जी ये कहती है कि इनका बच्चा जो है उसको कत्ल किया गया है और कातिल बाप और चचा नहीं है, लेकिन जो हमें इतलात दी जा रही है उसके मुताबिक कातिल बाप और चचा है। फैमिली भी मानती है कि इकबाल जुर्म हो चुका हुआ है, बट देयर इज दैट मच टू अंडरस्टैंड। लेट्स सी किस तरफ कहानी जा रही है। बच्चे की उम्र सिर्फ और सिर्फ 5 साल है, लेकिन वो अपने ही बाप और अपने ही चचा, प्यो रंगा चाचा, उन्हें तो मारा जाता है। क्यों मारा गया है? क्योंकि बाप को मुबैना तौर पर एक कर्जा वापस लेना है। जिस पार्टनर से कर्जा वापस लेना है वो पार्टनर सच्चा या झूठा बाप पर अपनी ही बीवी के साथ नाजायज ताल्लुकात का इल्जाम लगा चुका हुआ है और अब बाप अपनी जान छुड़वाने के लिए उनको कोई तहरीर भी लिख कर दे आ चुका हुआ है। लेकिन अब बाप चाहता है कि वो 15-16 लाख रुपया जो है वो भी वापस आना चाहिए और दुश्मन को, मुखालिफ को, जो किसी दौर में महबूब और मोहब्बत करने वाला यार पार्टनर था ना, उसको निशान इबरत बनाया जाए। अब निशान इबरत पिंडा था सुनते सी कि किसी ना लड़ाई होगी अपनी बांह बना लो, लाते फायर मार लो। ये उसका प्रो मैक्स वेरिएंट था और इसने किया ये कि इसने अपने 5 साल के बच्चे की मुबैना तौर पर अपने भाई के साथ मिलकर, बदबख्त भाई के साथ मिलकर जान ली है और उसके बाद अभी तैयारी में ही था कि हमारे साथ मौजूद है मियां शफकत साहब, ये और इनकी टीम उसके सर पर जा पहुंची और उसका तमाम प्लान धरा का धरा रह गया। अस्सलाम वालेकुम सर। अस्सलाम वालेकुम। मिजाज बखैर, सेहत अच्छी? अल्हम्दुलिल्लाह। अल्लाह ताला पनाह ता फरमाए। सर बहुत बड़ी शर्मिंदगी का ये वाक़या हुआ है और तख्ते लाहौर है। इतनी हैवानियत, क्या हुआ क्या है आखिर? क्या ये जो कहानी बताई जा रही है क्या ये रियलिटी? मैं अभी भी चाहता हूँ कि आपका ये झूठ है सब। मैं यकीन करें कि इतना अपसेट हूँ जिस दिन का ये इंसिडेंट हुआ है कि इंसानियत को भी शर्म आ रही है। और हम लोग जो पुलिस वाले हैं, हमने बड़े इंसिडेंट देखे हैं जिसमें कत्ल व गारत देखी है, हमने काफ़ी सारे मर्डर ट्रेस किए हैं, लेकिन ये सानिया जो हुआ है इसमें मैं खुद बड़ा परेशान हूँ और अपसेट हूँ 2-3 दिन से। अल्लाह जब से ये हुआ है। अस्तगफुरुल्लाह। ये सब, ये अजान नाम है बच्चे का? ये अजान नाम है। मुझे डिटेल्स में मैं आपको ये बताता हूँ। मोहम्मद आजम नामी जो आदमी है, मुल्ज़म है जो, वो उसका ये बेटा है अजान, सगा बेटा है। और ये सगा बेटा है और इसकी 2 वाइफ थी आजम की, एक की डेथ हो गई है और जिसकी डेथ हो गई है उसका ये बेटा है अजान। ठीक है। सुतेली माँ के पास? सुतेली माँ के पास था। हालांकि सुतेली माँ जो है वो बच्चों से बहुत ज्यादा प्यार करती है। अच्छा, और वो मुदैया भी है? वो मुदैया भी है। उसकी एक बेटी और बेटा है। पहली बीवी में से 2 बेटे और 1 बेटी है। इसके 5 टोटल बच्चे हैं। अच्छा। और ये अजान जो है ये छोटा बच्चा था पहली बीवी का और इसके साथ बहुत प्यार है
مدعا کا. یہ جس دن وقوع ہوتا ہے اس نے سوچا ہوا تھا, یہ مجھے بتاتا ہے کہ یہ کچھ 4-5 دن سے میں یہ سوچ رہا تھا کہ میں نے اپنے مخالف جن سے میں نے اپنی اماؤنٹ لینی ہے ان سے میں نے بدلہ اس طرح لینا ہے کہ میں نے کوئی نہ کوئی کام ایسا کرنا ہے کہ ان پہ پرچہ ہو جائے اور وہ اندر ہو جائیں. میاں صاحب مخالفت کیا تھی یہ تھوڑا بتائیں. مخالفت یہ ہے کہ اس نے 2 غلام رسول اور ایک اور نام ہے آدمی کا, یہ حجرہ شاہ مقیم کے 2 بندے ہیں جو اس کے پارٹنر تھے. یہ ان کے ساتھ مل کے یہ کباڑیے کا کام کرتا تھا حجرہ شاہ مقیم میں. تو حجرہ شاہ مقیم میں یہ کباڑیے کا کام کرتا تھا ان کے ساتھ مل کے. ڈیورنگ کام انہوں نے کوئی اس کے ساتھ کہا جی کہ آپ کے پیسے ضائع ہو گئے ہیں, کچھ اس پہ الزامات لگے غلط قسم کے, تو انہوں نے اس کو پیسے نہ دیے. مین وائل ان کی کوئی بندوں نے بیٹھ کے صلح وغیرہ کروا دی. جب صلح ہوئی تو اس سے انگوٹھا وغیرہ لگا لیا گیا کیونکہ یہ ان پڑھ بندہ ہے. اس میں یہ کمٹ کر آیا کہ جو جرم اس پر لگایا جا رہا ہے خاتون کا, وہ جرم اس نے کیا ہے. اس نے کیا ہے, ٹھیک ہے. وہ اس نے ایڈمٹ کر لیا وہاں پہ حجرہ شاہ مقیم پہ, یہ مجھ سے ہوا ہے اور میں اپنے پیسے بھی چھوڑتا ہوں. اور یہ یہاں آ گیا کوئی 7-8 ماہ سے. اب یہ ادھر رہ رہا ہے, شیر شاہ علاقہ ہے ہمارا, یہ چونگ کے علاقے میں, ٹھیک ہے. وہاں پہ یہ کرائے پہ رہ رہا ہے. اب ہوا یہ کہ یہ سوچ رہا تھا کہ اب میں نے ان سے بدلہ کس طرح لینا ہے. بدلے کی اس نے یہ سوچی کہ جو میرا چھوٹا بیٹا ہے اس کو میں مرڈر کر کے ان کے اوپر ڈالوں گا اور وہ پھنس جائیں گے. میں کہوں گا جی وہ آ کے میرے بچے کو اغوا کر کے لے گئے ہیں اور انہوں نے میرا بچہ مار دیا ہے. اسی پلاننگ کے تحت اس نے اپنے بھائی چھوٹے کو ملایا, ندیم نامی اس کا چھوٹا بھائی ہے, وہ بدبخت بھی ساتھ مل گیا. وہ بدبخت بھی ساتھ ہے. اس نے تقریباً کوئی 1:30-2 بجے کے قریب دن کے ٹائم بچے کو اپنے ساتھ بٹھایا اور وہ لے کے اس کو گھومتا رہا اس کی ڈائریکشن پہ. وہ کبھی جوہر ٹاؤن جاتا تھا, کبھی وہ کہیں اور بیٹھ کے اس کو کھانا کھلاتا رہا. وہ سارا دن لے کے پھرتا رہا. شام کوئی 8, 8:30, 9 بجے کے قریب اس کے پروگرام طے کیے ہوئے پروگرام کے تحت یہ چلے جاتے ہیں گرین ٹاؤن سے تھوڑا سا آگے باگڑیاں کا علاقہ ہے. یہ کھانا کھانے کی, ٹریولنگ کی آپ کے پاس ایویڈنسز آ گئے ہیں؟ یہ کچھ ہم نے کلیکٹ کر لی ہیں, کچھ ہم کر رہے ہیں. ٹھیک ہے. تو یہ وہاں پہ پروگرام کے تحت وہاں پہ چلے جاتے ہیں بچے کو لے کے دونوں. اور جب وہاں چلے جاتے ہیں تو وہاں پہ سنسان ایریا ہے. وہاں پہ سنسان ایریا, ایک دور لائٹ نظر آ رہی ہے جس میں ہم نے سارا یہ پھر جا کے وقوع دیکھا اور سارا کیا. تو یہ وہاں پہ بچے کو اس کا باپ خود مرڈر کرتا ہے اپنے ہاتھ سے. اپنے ہاتھ سے اس کا گردن کاٹتا ہے اور اس کو 3-4 بار کر کے اپنے بیٹے کو یہ مرڈر کرتا ہے. مرڈر کر کے یہ سڑک کے کنارے خود پھینک کے آتا ہے اور واپسی پہ اپنے بھائی کے ساتھ آ کے یہ گھر میں سو جاتے ہیں. یہ مرڈر چچا نے کیا ہے یا باپ نے کیا ہے؟ یہ مرڈر باپ نے کیا ہے. چچا موٹر سائیکل چلا رہا تھا اور وہ بھی ساتھ تھا, وہ بالکل قریب کھڑا تھا اور اس نے بچایا نہیں. اس نے بچایا نہیں. ہینڈز اینڈ گلوز تھا. یہ انہوں نے ویپن کہاں سے لیا تھا؟ ویپن انہوں نے یہ جو چھرا لیا ہے یہ انہوں نے 300 روپے کا گرین ٹاؤن سے خریدا ہے. وہ بھی میں نے جا کے پھر تصدیق کی ہے گرین ٹاؤن میں, گرین ٹاؤن شاپ سے میں نے تصدیق کی. انہوں نے کہا جی بالکل یہ بندہ ہم سے 300 روپے کا لے کے گیا ہے. اس نے کہا جی مجھے گھر میں مرغا حلال کرنے کے لیے چھرا چاہیے. تو اس نے اسی چھرے کے ساتھ اپنے بیٹے کو ذبح کیا اور ذبح کرنے کے بعد پھر یہ واپس آ جاتے ہیں, رات گھر میں گزارتے ہیں. گزارنے کے بعد صبح جب ہوتی ہے تو وہ جو اس کی سیکنڈ وائف ہے, وہ بچے کی حالانکہ ماں نہیں ہے, اس نے شاؤٹ کیا کہ آپ کا ہمارا بچہ نہیں مل رہا, کل دا نہیں لب رہا, کل دا نہیں لب رہا, اب کیا کریں. تو جب کیا کریں والی بات آئی تو پھر انہوں نے ان 15 پہ کال کی. یہ بہت کمفرٹیبل تھا کیا گھر میں؟ نہیں, یہ اس کو تو کوئی ایسا سوچ ہی نہیں رہے تھے نا. باپ ہے تو اس کے متعلق تو کوئی ایسا سوچ ہی نہیں رہے تھے کہ اس نے کیا. بیوی اگلے دن اس کو کہہ رہی ہے اور میرے خیال سے 15 کال بھی اس کی دوسری بیوی نے کی ہے. دوسری بیوی نے 15 پہ کال کی ہے اور اس کو زیادہ پریشانی تھی کہ وہ ہمارا بیٹا ہے, لیکن یہ پریشان نہیں تھا. تو جب 15 پہ کال ہوئی ہے تو ہماری ساری ٹیم ادھر گئی ہے. بچہ چونکہ چھوٹی ایج کا ہے تو ہمیں زیادہ ڈر یہی ہوتا ہے کہ یار یہ اس کے ساتھ کوئی ایسا انسیڈنٹ نہ ہو. میں خود بھی گیا ہوں, SHO بھی گیا ہے, ہم سارے ادھر جا کے اس کو ڈھونڈنا شروع کر دیا. بچے کے اعلانات کرائے ہیں مسجدوں میں, بچے کے دوستوں سے ادھر ادھر محلے میں ڈھونڈنا شروع کر دیا ہے. محلے میں کس کس کے ساتھ بیٹھتا تھا, وہاں دکانیں ہیں, وہاں سے
پوری ایکٹیویٹی آپ لوگوں نے جنریٹ کی اس محلے میں تاکہ بچے کو پروٹیکٹ کیا جا سکے. بالکل. وہاں پہ چونکہ وہ تھوڑا سا کوئی اتنا ویل علاقہ نہیں ہے، لیکن پھر بھی وہاں پہ مجھے 2-3 کیمرے نظر آ گئے. تو 2-3 کیمروں میں سے ایک کیمرے میں مجھے یہ بھی نظر آ گیا بچہ، ایک کیمرے میں یہ بھی بچہ نظر آیا مجھے ایک دفعہ پھرتا ہوا. تو ہم نے پھر وہ ڈائریکشن دیکھی، اس ڈائریکشن پہ بھی ہم نے کام شروع کر دیا. اور اس کے بعد ہم نے پھر ٹیکنیکل طریقے سے، جو ہمارے ٹیکنیکل طریقے ہیں، ہمیں شک پڑ گیا 2-3 لوگوں پہ. تو اس کو ہم نے ٹیکنیکل طریقے سے جب ہم نے چیک کیا لوکیشنیں لے کے اور سارا اس پہ ورکنگ کرنے کے بعد، تو ہمیں معلوم ہوا کہ یہ جو ہے نا کام کسی اندر والے بندے کا لگتا ہے، گھر کا بندہ ہے. گھر کا بندہ ہے. نیز ہمیں کچھ 3 سے 4 گھنٹے بعد ڈیڈ باڈی کی بھی اطلاع مل گئی. ڈیڈ باڈی جو ہے ہمارے ایریے میں نہیں ہے، لیکن وہ کوئی اور ایریا ہے اس کے پاس پڑی ہوئی ہے. جب ہم نے جا کے دیکھا تو وہ اذان کی ہی ڈیڈ باڈی تھی. پھر ہم نے اس کی مدر کو، اس کے چچا کو، تایا کو، سب کو بلایا، ادھر بلا کے دکھایا، سمجھایا. میاں صاحب جب آپ کی ٹیم نے ان سے رابطہ کیا کہ ایک ڈیڈ باڈی ملی ہے اور اس کی شناخت کی ضرورت ہے تو آپ تشریف لائیں، ان کا رویہ کیا تھا؟ کس سے بات ہوئی تھی؟ جو اس کے بڑے بھائی ہیں وہ تو بالکل نارمل تھے. ٹھیک ہے. تو اس کی مدر بھی بالکل نارمل تھی. دادی جو دادی ہے وہ بھی نارمل تھی، اور جو بچے کی سٹیپ مدر ہے وہ بھی نارمل تھی. ہاں البتہ یہ بندہ جو ہے نا یہ غائب تھا گھر سے. اچھا. یہ اگلے دن غائب تھا. مجھے اسی ٹائم جو ہے نا اس پہ شک پڑ گیا کہ باپ جو ہے اس کا بیٹا نہیں مل رہا، ماں، دادی، تایا سارے لوگ جو ہیں تلاش میں، اور وہ اپنے معاملات زندگی اور میں، وہ مل نہیں رہا. پھر اس نے اپنا کبھی موبائل کا سوئچ آف کرتا ہے، کبھی آن کرتا ہے. تو ڈیڈ باڈی ملنے کے بعد پھر ہم نے جب ٹیکنیکل ورکنگ شروع کی تو ہمیں کوئی 5-6-7 گھنٹے بعد ہم اپنے پروفیشنل طریقے کے ساتھ اس کو پکڑنے میں کامیاب ہو گئے. اور اس کو جب انٹیروگیشن کیا تو وہ ساری بات کھل کے سامنے آ گئی. بلکہ وہ بات کیا سامنے آ گئی، اس نے بھائی کا بھی بتایا، اس سے بھی بات کلیئر ہو گئی. پھر اس کو لے کے ہم اس جگہ پہ گئے جہاں پہ اس نے آلہ واردات جو ہے وہ پھینکا ہوا تھا. اس نے خود وہ پوائنٹ آؤٹ کی جگہ، وہ پوائنٹ آؤٹ کیا کہ جی وہ میں نے وہاں پہ ایک جگہ ہے وہاں پہ میں نے پھینکا تھا، وہ خون آلود تھا. تو اسی طرح اس کو پھر ہم نے قبضے میں لیا. تو یہ اس کا سارا سٹوری تھی. لیکن میں سمجھتا ہوں کہ اس نے میری اتنی سروس میں اس طرح کا میں نے کبھی واقعہ نہیں دیکھا کہ ایک باپ اپنے بیٹے کو اس بے دردی کے ساتھ، اور کس گھنونے مقصد کے لیے قتل کر رہے ہیں. اور 5 سال کا وہ بچہ ہے. میں سمجھتا ہوں کہ اس بچے نے اس ٹائم کیا سوچا ہوگا جب اس کے باپ نے اس کو اس طرح ذبح کر دیا. کیا میاں صاحب یہ سوال آپ نے اس کو ڈائریکٹلی بھی انٹیروگیٹ کیا یا آپ کے سٹاف نے ہی انٹیروگیٹ کیا؟ میں نے اس کو بالکل ڈائریکٹلی کیا اور بار بار کیا. کیا اس سوال کا جواب آپ نے اس سے مانگا کہ کیا تیرے جذبات کیا تھے، یہ کیا کیسے؟ وہ لمحہ میں سمجھنا چاہتا ہوں کہ اس کا مائنڈ سیٹ کیا تھا. یہ ایک جاہل آدمی ہے اور یہ جہالت میں ڈوبا ہوا آدمی ہے. اس نے صرف اپنا بدلہ لینے کے لیے اپنے بیٹے کو ذبح کر دیا ہے اور جہالت میں سارا اس نے کیا. اس کو پتہ ہی نہیں ہے اولاد کا جو ہے نا دنیا میں اولاد اللہ کس طرح دیتا ہے. جن کے پاس اولاد نہیں ہوتی ان سے پوچھیں کہ اللہ کس طرح وہ اللہ سے اولاد مانگتے ہیں. میں تو اس سے بار بار تفتیش کی ہے، انٹیروگیشن کی ہے، تو اس میں بار بار اس کا یہی ہے بات. میاں صاحب کیا اس ہیپننگ کے بعد، اور ایسے بہت سارے واقعات ہیں، what do you say کہ کیا بچہ، پہلے تو ہم کہتے تھے نا خانسامہ سے بچیں، ڈرائیور سے بچیں، ہمسائے سے بچیں، اپنی بڑی عمر سے بڑی دوستی سے بچیں. میں منہ میں الفاظ نہیں لا پا رہا کہ باپ سے کیسے بچیں، چچا سے کیسے بچیں جو باپ جیسا ہوتا ہے، باپ سا ہوتا ہے. کیا کہیں گے؟ یہ آپ کی بات بالکل درست ہے. یہ ہمارے کنٹری میں میں سمجھتا ہوں کہ جہالت کی وجہ سے جرم بڑھ رہا ہے. باقی اب وہ جو کہتے تھے نا کہ کبھی کہ بے روزگاری ہے، بے روزگاری سے بھی جرم نہیں بڑھتا. یہ بے روزگاری کا تو معاملہ ہی نہیں ہے، یہ جہالت سے بڑھتا ہے. اب یہ سارا کام جو ہوا ہے یہ ایک جہالت کی وجہ سے ہوا ہے. یہ جہل آدمی ہے اور اس کی عقل ہی کام نہیں کرتی
کہ میں نے کیا کر دیا ہے اور اس کا انجام آگے کیا ہوگا، یا میری دوسری اولاد پہ اس کا کیا اثر پڑے گا۔ میں آنیسٹلی اپنے ناظرین کے لیے بتانا چاہوں گا، بیوی گئی برباد ہو گئی، بھائی کی بیوی برباد ہو گئی، بوڑھا پیو برباد ہو گیا، بوڑھی ماں رڑ گئی، بوئیں جوگی، ساری اولاد برباد ہو گئی، خود بھی برباد ہو گیا، سارے بہن بھائی داغ لگ گیا، پورے محلے میں پوری آبادی میں اے او ہے گئے۔ میاں صاحب آپ نے ویڈیو دیکھی ہوگی کہ بچے کا جب جنازہ جا رہے ہیں تو اس جنازے کے ساتھ 4 لوگوں نے کندھا دیا ہوا ہے اور 2 لوگ ساتھ جا رہے ہیں، 6 لوگ کل پوری بھری آبادی میں سے جا رہے ہیں۔ میں نے یہ کبھی نہیں دیکھا۔ کیا وجہ ہے؟ آبادی کے لوگ کیوں متنفر ہیں؟ کیوں جنازے کے ساتھ کوئی شامل نہیں ہو پایا؟ کیا اس کو کس طرح دیکھتے ہیں؟ نہیں، بس وہ ان لوگوں کی فیملی ایسی ہے اور اوائڈ کرتے ہیں اچھے لوگ جو ہیں، شریف لوگ جو ہیں، چونکہ یہ بندہ جو ہے یہ خود بھی کوئی اس طرح کا کوئی اتنا اچھا یا کوئی ملنے والا بندہ نہیں ہے۔ تو میرا تو یہی خیال ہے کہ جو اپنی اولاد کے ساتھ اتنا فیئر نہیں ہے، لوگ ہمسائے یا محلہ دار اس کے ساتھ کیسے فیئر ہو سکتے ہیں؟ انفارچونیٹ۔ تھینک یو ویری مچ میاں صاحب فار یور کائنڈ ٹائم، اور میری دست بستہ درخواست پورے معاشرے سے، اپنے تمام ناظرین سے، آج میں دل پر پتھر رکھ کے یہ بات کہنا چاہوں گا، اور شاید میں یہ بات پہلی دفعہ نہیں کہہ رہا، 1-2 دفعہ پہلے بھی کہہ چکا ہوں، کہ اگر ماں کو یہ لگنے لگے کہ باپ کسی بدبختی کے شکار ہے تو now this is your responsibility to protect your kids۔ اگر باپ کو یہ لگنے لگے کہ ماں کسی بدبختی کا شکار ہے تو خدا را اپنے بچے بچائیں۔ تائے، چاچے، نانا، نانی، دادا، دادی، کسی ایک رشتے کو پوائنٹ آؤٹ ہو جائے کہ ماں اور باپ بدبخت ہیں تو خدا را ان بچوں کو بچا لیں، کیونکہ یہ بچے اللہ کی امانت ہیں۔ میں ریسنٹلی، کل اور پرسوں کی بات ہے، باپ سے لڑی ہے، خاوند سے لڑی ہے عورت، اپنے بچے جا کے راوی، اور اس کو بچے گئے اور اس کو بچا لیا گیا۔ اللہ تعالیٰ پناہ عطا فرمائے۔ ماہ مقدس ہے، اپنے بچوں کے لیے خیر مانگتے رہیں۔ اجازت چاہیں گے، السلام علیکم۔